नमस्कार खबरां ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਤਰਨਜੀਤ ਕੌਰ। ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ। ਅਸਾਮ ਅਤੇ ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ਲਈ ਵੋਟਾਂ ਪਾਉਣ ਦਾ ਕੰਮ ਨਿਰਵਿਘਨ ਢੰਗ ਨਾਲ ਜਾਰੀ। ਪਹਿਲੇ 7 ਘੰਟਿਆਂ ਦੌਰਾਨ ਅਸਾਮ ਵਿੱਚ 48.26% ਅਤੇ ਪੱਛਮ ਬੰਗਾਲ ਵਿੱਚ 58.15% ਵੋਟਾਂ ਭੁਗਤ ਚੁੱਕੀਆਂ ਸਨ। विदेश मंत्री एस जयशंकर ने कहा है कि भारत बिम्सटेक ढांचे अधीन हर तरह का सहयोग देने लई वचनबद्ध है। केंद्र सरकार ने स्पष्ट किया है छोटियां बचत योजनावां ते पुरानी ब्याज दर जारी रहेगी। उगे फिल्मी अदाकार रजनीकांत नूं 51वें दादा साहेब फाल्के पुरस्कार नाल सन्मानित किया जाएगा। प्रधानमंत्री नरेंद्र मोदी ने दादा साहेब पुरस्कार लिए चुने जाने रजनीकांत को शुभकामनावां दित्तियां। देश विच कोविड-19 महामारी के मरीजों का अंकड़ा 1 करोड़ 22 लाख तो पार। तकरीबन 1 करोड़ 15 लाख लोग सेहतयाब हुए। कैप्टन अमरिंदर सिंह ने पंजाब विच महिलावां लई सरकारी बसां विच मुफ्त यात्रा की सहूलत लॉन्च की। कहा कि सूबे दियां 1 करोड़ 31 लाख तो वध महिलावां ते कुड़ियां नूं फायदा होवेगा। पंजाब विच सड़क संपर्क नूं बेहतर बनाउण लई 25 होर बस अड्डियां दा निर्माण कीता जावेगा। पंजाब विच 10 अप्रैल तो कणक की खरीद दीआं तैयारियां मुकम्मल। मंडी बोर्ड अते मार्केट कमेटियां नूं कणक की खरीद दौरान कोविड महामारी के दिशा निर्देशों नूं सख्ती नाल पालना करन दी हदायत। ਤੇ ਹੁਣ ਖਬਰਾਂ ਵਿਸਥਾਰ ਨਾਲ। ਅਸਾਮ ਅਤੇ ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ਲਈ ਵੋਟਾਂ ਪਾਉਣ ਦਾ ਕੰਮ ਨਿਰਵਿਘਨ ਢੰਗ ਨਾਲ ਜਾਰੀ ਹੈ। ਚੋਣ ਕਮਿਸ਼ਨ ਅਨੁਸਾਰ ਅੱਜ ਦੁਪਹਿਰ 1:30 ਵਜੇ ਤੱਕ ਅਸਾਮ ਵਿੱਚ 48.26% ਅਤੇ ਪੱਛਮ ਬੰਗਾਲ ਵਿੱਚ 58.15% ਵੋਟਾਂ ਭੁਗਤ ਚੁੱਕੀਆਂ ਸਨ। ਅਸਾਮ ਵਿੱਚ ਵੋਟਾਂ ਪਾਉਣ ਦਾ ਕੰਮ 6 ਵਜੇ ਤੱਕ ਅਤੇ ਪੱਛਮੀ ਬੰਗਾਲ ਵਿੱਚ 6:30 ਵਜੇ ਤੱਕ ਜਾਰੀ ਰਹੇਗਾ। ਇਨ੍ਹਾਂ ਦੋਹਾਂ ਸੂਬਿਆਂ ਵਿੱਚ ਵੋਟਾਂ ਪਾਉਣ ਲਈ ਬਣਾਏ ਗਏ ਪੋਲਿੰਗ ਸਟੇਸ਼ਨਾਂ ਤੇ ਲੋਕਾਂ ਦੀਆਂ ਸਵੇਰ ਤੋਂ ਹੀ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ। ਇਨ੍ਹਾਂ ਦੋਹਾਂ ਸੂਬਿਆਂ ਵਿੱਚ ਵੋਟਾਂ ਪਾਉਣ ਦੇ ਕੰਮ ਨੂੰ ਨਿਰਵਿਘਨ ਅਤੇ ਨਿਰਪੱਖ ਤੌਰ ਤੇ ਨੇਪਰੇ ਚਾੜ੍ਹਨ ਲਈ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਨੇ। ਹਰੇਕ ਪੋਲਿੰਗ ਸਟੇਸ਼ਨ ਤੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਦੇ ਨਾਲ ਵੀਵੀਪੈਟ ਮਸ਼ੀਨਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਤਾਂ ਜੋ ਚੋਣ ਪ੍ਰਕਿਰਿਆ ਦੀ ਪਾਰਦਰਸ਼ਤਾ ਅਤੇ ਭਰੋਸਗੀ ਨੂੰ ਵਧਾਇਆ ਜਾ ਸਕੇ। ਅਸਾਮ ਵਿੱਚ ਹੋ ਰਹੀਆਂ ਦੂਜੇ ਗੇੜ ਦੀਆਂ ਚੋਣਾਂ ਦੀਆਂ 13 ਜ਼ਿਲ੍ਹਿਆਂ ਦੀਆਂ 39 ਵਿਧਾਨ ਸਭਾ ਸੀਟਾਂ ਲਈ 26 ਮਹਿਲਾਵਾਂ ਸਮੇਤ 345 ਉਮੀਦਵਾਰ ਮੈਦਾਨ ਵਿੱਚ ਨੇ ਅਤੇ ਉਹਨਾਂ ਦੇ ਭਵਿੱਖ ਦਾ ਫੈਸਲਾ 36.09 ਲੱਖ ਮਹਿਲਾਵਾਂ ਸਮੇਤ ਕੋਈ 73.44 ਲੱਖ ਤੋਂ ਵੱਧ ਵੋਟਰ ਕਰਨਗੇ। ਸੂਬੇ ਵਿੱਚ ਇਸ ਗੇੜ ਦੀਆਂ ਚੋਣਾਂ ਲਈ ਕੁੱਲ 10,592 ਪੋਲਿੰਗ ਸਟੇਸ਼ਨ ਬਣਾਏ ਗਏ ਨੇ। ਪੱਛਮੀ ਬੰਗਾਲ ਦੇ ਨੰਦੀਗ੍ਰਾਮ ਵਿਧਾਨ ਸਭਾ ਹਲਕੇ ਵਿੱਚ ਅੱਜ ਸਵੇਰੇ ਇੱਕ ਬੀਜੇਪੀ ਵਰਕਰ ਦੀ ਲਾਸ਼ ਮਿਲਣ ਦੀ ਘਟਨਾ ਸਾਹਮਣੇ ਆਈ ਹੈ। ਚੋਣ ਕਮਿਸ਼ਨ ਨੇ ਸੂਬਾ ਸਰਕਾਰ ਨੂੰ ਇਸ ਘਟਨਾ ਦੀ ਰਿਪੋਰਟ ਦੇਣ ਲਈ ਕਿਹਾ ਹੈ ਅਤੇ ਇਸ ਦੇ ਨਾਲ ਹੀ ਤ੍ਰਿਣਮੂਲ ਕਾਂਗਰਸ ਦੇ ਇੱਕ ਵਰਕਰ ਦੀ ਗੈਰ ਕੁਦਰਤੀ ਮੌਤ ਦੀ ਘਟਨਾ ਦੀ ਵੀ ਰਿਪੋਰਟ ਭੇਜਣ ਦੀ ਹਦਾਇਤ ਦਿੱਤੀ ਹੈ। ਇਸ ਮਾਮਲੇ ਵਿੱਚ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੂਬੇ ਵਿੱਚ ਅੱਜ ਦੂਜੇ ਗੇੜ ਦੀਆਂ 30 ਸੀਟਾਂ ਲਈ ਵੋਟਾਂ ਪਾਈਆਂ ਜਾ ਰਹੀਆਂ ਨੇ ਅਤੇ 19 ਮਹਿਲਾਵਾਂ ਸਮੇਤ 171 ਉਮੀਦਵਾਰ ਇਹਨਾਂ ਚੋਣਾਂ ਲਈ ਆਪਣੀ ਕਿਸਮਤ ਅਜ਼ਮਾ ਰਹੇ ਨੇ। ਇਹਨਾਂ ਸੀਟਾਂ ਲਈ 37.13 ਲੱਖ ਮਹਿਲਾ ਵੋਟਰਾਂ ਸਮੇਤ 75.94 ਲੱਖ ਤੋਂ ਵੱਧ ਵੋਟਰ ਵੋਟ ਪਾਉਣ ਦੇ ਆਪਣੇ ਅਧਿਕਾਰ ਦਾ ਇਸਤੇਮਾਲ ਕਰ ਰਹੇ ਨੇ, ਜਿਸ ਲਈ 10,620 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਨੇ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਬਿਮਸਟੈਕ ਢਾਂਚੇ ਅਧੀਨ ਸਹਿਯੋਗ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ। ਅੰਤਰਰਾਸ਼ਟਰੀ ਅੱਤਵਾਦ, ਸੰਗਠਿਤ ਅਪਰਾਧਾਂ ਤੇ ਨਸ਼ਿਆਂ ਦੀ ਸਮਗਲਿੰਗ ਦੇ ਮੁੱਦਿਆਂ ਨਾਲ ਨਜਿੱਠਣ ਵਿੱਚ ਸਹਿਯੋਗ ਦੇਣ ਲਈ ਅੱਜ ਕਰਵਾਏ ਗਏ ਵਰਚੁਅਲ ਸੰਮੇਲਨ ਵਿੱਚ ਉਨ੍ਹਾਂ ਕਿਹਾ ਕਿ ਬਿਮਸਟੈਕ ਦੇ ਮੈਂਬਰ ਦੇਸ਼ਾਂ ਨੇ ਟਰਾਂਸਪੋਰਟ ਸੰਪਰਕ ਲਈ ਬਿਮਸਟੈਕ ਮਾਸਟਰ ਪਲਾਨ ਨੂੰ ਅੰਤਿਮ ਰੂਪ ਦੇ ਦਿੱਤਾ ਹੈ ਅਤੇ ਸਾਡੀ ਖਿੱਤੇ ਦੇ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਦੀ ਦਿਸ਼ਾ ਵੱਲ ਇੱਕ ਮਹੱਤਵਪੂਰਨ ਕਦਮ ਹੋਵੇਗਾ। ਉਨ੍ਹਾਂ ਕਿਹਾ ਕਿ ਆਫਤ ਪ੍ਰਬੰਧਨ ਤੇ ਵੀ ਸਹਿਯੋਗ ਨੂੰ ਵਧਾਏ ਜਾਣ ਦੀ ਲੋੜ ਹੈ। Rejuvenated the organization. I'm glad that the region is witnessing rapid economic growth with growing political and economic cooperation among the member states. It is a matter of satisfaction that BIMSTEC has achieved significant progress in many of the priority areas of cooperation. I'm happy to note that member states have agreed on rationalization of sectors and subsectors of cooperation. ਕੇਂਦਰ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਛੋਟੀਆਂ ਬਚਤ ਯੋਜਨਾਵਾਂ ਤੇ ਪੁਰਾਣੀ ਵਿਆਜ ਦਰ ਜਾਰੀ ਰਹੇਗੀ। ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਇੱਕ ਟਵੀਟ ਰਾਹੀਂ ਦੱਸਿਆ ਕਿ ਗਲਤੀ ਨਾਲ ਵਿਆਜ ਦਰ ਘਟਾਉਣ ਬਾਰੇ ਹੁਕਮ ਜਾਰੀ ਹੋ ਗਏ ਸਨ।
उन्होंने स्पष्ट किया कि छोटियां बचतां लई माली साल 2020-21 की आखिरी तिमाही दौरान लागू ब्याज दरां उसी तरह ही भविख विच भी जारी रहणगियां। इस संबंधी हुक्म छेती ही केंद्रीय खजाना मंत्रालय वालों जारी कर दिते जाणगे। केंद्रीय खजाना मंत्री के इस ऐलान तो बाद हुण सुकन्या समृद्धि योजना ते 7.6% की पुरानी दर लागू रहेगी। पीपीएफ योजना ते 7.1% ब्याज मिलता रहेगा। सीनियर सिटीजन सेविंग स्कीम ते 7.4% की दर रहेगी। किसान विकास पत्र ते 6.9% की दर बनी रहेगी। एफडी ते भी पुरानी ब्याज दर लागू रहेगी। भारत में बीते 24 घंटिया दौरान कोविड-19 महामारी के 72,330 केस रिपोर्ट किए गए हैं, जिस नाल देश में पुष्टि वाले कोरोना मरीजों की कुल गिनती 1,22,21,665 तक पहुंच गई है। केंद्रीय सेहत मंत्रालय वालों दी गई जानकारी अनुसार बीते 24 घंटिया में कोविड महामारी कारण 459 लोगों की मौत हुई है। हुण तक देश में 1,62,927 लोगों की मौत हो चुकी है। मंत्रालय अनुसार हुण तक 1,14,74,683 लोग सेहतयाब हुए हैं। एक्टिव मामलों की गिनती इस वेले 5,84,055 है, जो पुष्टि वाले कुल मामलों का 4.78% बनता है। मंत्रालय वालों मुहैया करवाई गई जानकारी अनुसार सेहतयाबी की दर भी हेठा आई है, जो इस वेले 93.89% है। इसी तरह मौत दर में भी गिरावट आई है, जो मौजूदा तौर पर 1.33% है। भारतीय मेडिकल खोज परिषद अनुसार 31 मार्च तक 24,47,98,621 नमूनों की जांच की जा चुकी है, जिन्हों में 11,25,681 वो नमूने भी शामिल ने जिन्हों की बीते दिन जांच की गई है। दक्षिणी भारत सिनेमा के उगे अदाकार रजनीकांत नूं 51वें दादा साहेब फाल्के पुरस्कार नाल सन्मानित किया जाएगा। केंद्रीय सूचना ते प्रसारण मंत्री प्रकाश जावड़ेकर ने अज ऐलान किया है। कोरोना वायरस के चलदियां इस बार सारे पुरस्कारों का ऐलान देरी नाल किया जा रहा है। पिछले महीने ही कौमी फिल्म पुरस्कारों का ऐलान किया गया सी। दादा साहेब फाल्के पुरस्कार नूं भारतीय सिनेमा का सब तो वड्डा अवार्ड मन्निया जाता है। केंद्रीय मंत्री प्रकाश जावड़ेकर ने कहा कि इस साल का दादा साहेब फाल्के पुरस्कार महान नायक रजनीकांत नूं दिते जाण ते उन्हां नूं बड़ी खुशी महसूस हो रही है। रजनीकांत 5 दहाकियां तो सिनेमा के खेतर में राज कर रहे हैं। उन्हां दे नां दी सिफारिश निर्धारित चोण कमेटी वालों की गई सी। इस कमेटी में आशा भोंसले, मोहन लाल, विश्वजीत चैटर्जी, शंकर महादेवन और सुभाष कई वर्गे कलाकार शामिल सन। प्रधानमंत्री नरेंद्र मोदी ने रजनीकांत नूं दादा साहेब फाल्के पुरस्कार लई चुने जाण ते शुभकामनावां दित्तियां ने। पंजाब विच महिलावां दे शक्तिकरण वाले एक होर कदम वधाउंदियां मुख मंत्री कैप्टन अमरिंदर सिंह ने अज वर्चुअल तौर पर चंडीगढ़ में सूबे दी महिलावां लई सरकारी बसां विच मुफ्त यात्रा की सहूलत शुरू की। मुख्यमंत्री ने कहा कि सहूलत नाल पंजाब के लोगों नाल कीते गए चोण मनोरथ पत्र विच वादियां विचों एक होर वादा पूरा हो गया है। उन्होंने कहा कि उन्हां दी सरकार ने लोगों नाल कीते गए वादियां विचों 85% वादियां नूं पूरा कर दिता है और 100% वादे पूरे करने की दिशा वल वध रही है। उन्होंने कहा कि दूजियां सियासी पार्टियां भी अगले वरे होने वालियां पंजाब विधान सभा दीयां चोणां दे मद्देनज़र महिलावां लई मुफ्त सफर दे वादे कर रही ने, जबकि उन्हां दी सरकार ने यह वादा हुणे ही पूरा कर दिता है। उन्होंने कहा कि जदों हर पार्टी महिलावां दे शक्तिकरण की गल कर रही है, उत्थे उन्हां दी सरकार ने महिलावां दे शक्तिकरण लई कई ठोस कदम चुके ने। उन्होंने कहा कि उन्हां दी सरकार ने औरतां लई बसां विच सफर दीयां टिकटां 50% घटाउण दा वादा कीता सी, पर हुण महिलावां लई सरकारी बसां विच सफर पूरी तरह नाल मुफ्त कर दिता गया है। उन्होंने प्राइवेट बस ऑपरेटरां नूं अपील की कि वह भी अपनी समाजिक जिम्मेवारी नूं समझदियां बसां दे किराए विच कमी करन। मुख्यमंत्री ने कहा कि महिलावां लई मुफ्त सफर दी स्कीम अधीन 1,31,00,000 तो वध महिलावां अते कुड़ियां नूं फायदा होवेगा। उन्होंने कहा कि यह सहूलत सारियां ही महिलावां नूं गैर एसी अते सूबे अंदर चलण वालियां बसां विच उपलब्ध होवेगी। महिलावां विरुद्ध अपराधां ते चिंता प्रगटाउंदियां मुख्यमंत्री ने कहा कि उन्हां दी सरकार महिलावां दी सुरक्षा लई वचनबद्ध है ते ट्रांसपोर्ट महकमा सारियां ही सरकारी ते प्राइवेट बसां विच GPS सिस्टम स्थापित कर रहा है तां जो बसां दी आसानी नाल ट्रैकिंग हो सके। उन्होंने कहा कि सरकारी बसां विच प्रक्रिया मुकम्मल होने दे नेड़े है ते प्राइवेट बस ऑपरेटरां नूं 31 अगस्त तक यह काम मुकम्मल करने लई कहा गया है। उन्होंने महिलावां दी सुरक्षा लई कीतियां गईयां नवीनतम पहलकदमियां लई ट्रांसपोर्ट महकमे दी शलाघा की। कैप्टन अमरिंदर सिंह ने कहा कि पंजाब विच सड़क संपर्क नूं बेहतर बनाउण लई 25 होर बस अड्डियां दा निर्माण किया जावेगा। पंजाब सरकार ने 10 अप्रैल तो कनक की खरीद शुरू करने लई सारियां तैयारियां कर लईआं ने। पंजाब मंडी बोर्ड के चेयरमैन लाल सिंह ने अज चंडीगढ़ विच मंडी बोर्ड के अधिकारियों नाल एक मीटिंग दौरान इन्हां तैयारियां का जायजा लिया ते हदायत दी कि कणक की खरीद दौरान मंडियां विच कोविड-19 दिशा निर्देशों की
ਸਖਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਅਧਿਕਾਰੀਆਂ ਨੇ ਮੀਟਿੰਗ ਵਿੱਚ ਦੱਸਿਆ ਕਿ ਸੂਬੇ ਵਿੱਚ ਕਣਕ ਦੀ ਖਰੀਦ ਦਾ ਕੰਮ 156 ਮਾਰਕੀਟ ਕਮੇਟੀਆਂ ਰਾਹੀਂ ਕੀਤਾ ਜਾਵੇਗਾ ਅਤੇ ਬੋਰਡ ਦੇ ਮੁੱਖ ਦਫ਼ਤਰ ਦੇ ਅਧਿਕਾਰੀਆਂ ਤੋਂ ਇਲਾਵਾ ਕਣਕ ਦੀ ਖਰੀਦ ਦਾ ਕੰਮ ਨਿਰਵਿਘਨ ਢੰਗ ਨਾਲ ਕਰਨ ਲਈ 5600 ਕਰਮਚਾਰੀਆਂ ਨੂੰ ਲਗਾਇਆ ਗਿਆ ਹੈ। ਲਾਲ ਸਿੰਘ ਨੇ ਦੱਸਿਆ ਕਿ ਕਣਕ ਦੀ ਖਰੀਦ ਦੌਰਾਨ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਕਿਸਾਨਾਂ, ਵੱਖ-ਵੱਖ ਸਰਕਾਰੀ ਖਰੀਦ ਏਜੰਸੀਆਂ, ਮੰਡੀ ਬੋਰਡ ਅਤੇ ਮਾਰਕੀਟ ਕਮੇਟੀਆਂ ਦੇ ਕਰਮਚਾਰੀਆਂ ਤੋਂ ਇਲਾਵਾ ਪੱਲੇਦਾਰਾਂ ਅਤੇ ਆੜ੍ਹਤੀਆਂ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਨੇ। ਉਨ੍ਹਾਂ ਦੱਸਿਆ ਕਿ ਕਣਕ ਦੇ ਮੌਜੂਦਾ ਖਰੀਦ ਸੀਜ਼ਨ ਲਈ 3972 ਦਾਣਾ ਮੰਡੀਆਂ ਨੂੰ ਅਧਿਸੂਚਿਤ ਕੀਤਾ ਗਿਆ ਹੈ। ਪੰਜਾਬ ਵਿੱਚ 177 ਲੱਖ ਟਨ ਕਣਕ ਦਾ ਉਤਪਾਦਨ ਹੋਣ ਦੀ ਉਮੀਦ ਹੈ, ਜਿਸ ਵਿੱਚੋਂ 130 ਲੱਖ ਟਨ ਕਣਕ ਦੇ ਦਾਣਾ ਮੰਡੀਆਂ ਵਿੱਚ ਪਹੁੰਚਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸੀਜ਼ਨ ਦੌਰਾਨ ਕੋਵਿਡ ਮਹਾਮਾਰੀ ਦੇ ਬਾਵਜੂਦ 128 ਲੱਖ ਟਨ ਕਣਕ ਦੀ ਖਰੀਦ ਕੀਤੀ ਗਈ ਸੀ ਅਤੇ ਆੜ੍ਹਤੀਆਂ ਰਾਹੀਂ ਕਿਸਾਨਾਂ ਨੂੰ 17,39,000 ਪਾਸ ਜਾਰੀ ਕੀਤੇ ਗਏ ਸਨ। ਜਲੰਧਰ ਮਿਲਟਰੀ ਸਟੇਸ਼ਨ ਤੇ ਵਜਰਾ ਕੋਰ ਦੇ ਪਰਿਸਰ ਵਿੱਚ ਕਰਵਾਏ ਗਏ ਇੱਕ ਸਮਾਗਮ ਦੌਰਾਨ ਪਵਿੱਤਰ ਸਵਰਨਿਮ ਵਿਜੇ ਮਸ਼ਾਲ ਨੂੰ ਇਸ ਦੀ ਅਗਲੀ ਯਾਤਰਾ ਰਾਈਜ਼ਿੰਗ ਸਟਾਰ ਕੋਰ ਲਈ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ, ਜਿਸ ਨੂੰ ਪਠਾਨਕੋਟ ਨੇੜੇ ਮਾਧੋਪੁਰ ਵਿੱਚ ਪ੍ਰਾਪਤ ਕੀਤਾ ਜਾਵੇਗਾ। ਪਿਛਲੇ ਕੁਝ ਮਹੀਨਿਆਂ ਦੌਰਾਨ ਵਿਜੇ ਮਸ਼ਾਲ ਨੇ ਪੰਜਾਬ ਦੇ ਕਈ ਫਰੰਟੀਅਰਾਂ ਦਾ ਤਕਰੀਬਨ 1250 ਕਿਲੋਮੀਟਰ ਸਫ਼ਰ ਤੈਅ ਕੀਤਾ ਹੈ ਅਤੇ ਇਸ ਦੌਰਾਨ ਵਜਰਾ ਕੋਰ ਦੇ 9 ਜੰਗੀ ਜ਼ੋਨਾਂ ਦਾ ਦੌਰਾ ਕੀਤਾ ਹੈ। ਵਜਰਾ ਕੋਰ ਦੇ ਜ਼ੋਨ ਰਾਹੀਂ ਮਸ਼ਾਲ ਦੀ ਯਾਤਰਾ ਦੌਰਾਨ ਗੋਲਡਨ ਐਰੋ ਤੇ ਪੈਂਥਰਸ ਡਿਵੀਜ਼ਨਾਂ ਦੇ ਮਿਲਟਰੀ ਸਟੇਸ਼ਨਾਂ ਤੇ 1971 ਦੇ ਜੰਗੀ ਬਜ਼ੁਰਗ ਸੈਨਿਕਾਂ, ਵੀਰ ਨਾਰੀਆਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਲਈ ਰਸਮੀ ਸਮਾਗਮ ਵੀ ਆਯੋਜਿਤ ਕੀਤੇ ਗਏ। ਸ਼੍ਰੀਨਗਰ ਵਿੱਚ ਅੱਜ ਅੱਤਵਾਦੀਆਂ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਇੱਕ ਆਗੂ ਦੇ ਘਰ ਤੇ ਕੀਤੇ ਗਏ ਹਮਲੇ ਵਿੱਚ ਇੱਕ ਪੁਲਿਸ ਜਵਾਨ ਦੀ ਮੌਤ ਹੋ ਗਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਅਤੇ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ ਹੈ। ਮਾਰੇ ਗਏ ਸੁਰੱਖਿਆ ਕਰਮੀ ਦੀ ਸ਼ਨਾਖਤ ਰਮੀਜ਼ ਅਹਿਮਦ ਵਜੋਂ ਹੋਈ ਹੈ। ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਅੱਤਵਾਦੀਆਂ ਨੇ ਸ਼੍ਰੀਨਗਰ ਦੇ ਬਾਹਰ ਨੌਗਾਮ ਬਾਈਪਾਸ ਤੇ ਭਾਰਤੀ ਜਨਤਾ ਪਾਰਟੀ ਦੇ ਬਾਰਾਮੂਲਾ ਜ਼ਿਲ੍ਹੇ ਦੇ ਸਕੱਤਰ ਅਨਵਰ ਖਾਨ ਦੇ ਮਕਾਨ ਤੇ ਹਮਲਾ ਕਰਕੇ ਉਹਨਾਂ ਦੇ ਸੁਰੱਖਿਆ ਕਰਮੀ ਨੂੰ ਜ਼ਖਮੀ ਕਰ ਦਿੱਤਾ, ਜਿਸ ਦੀ ਹਸਪਤਾਲ ਵਿੱਚ ਮੌਤ ਹੋ ਗਈ। ਬੀਜੇਪੀ ਨੇ ਸੁਰੱਖਿਆ ਕਰਮੀ ਦੀ ਮੌਤ ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿੱਚ ਅੱਜ ਸਵੇਰੇ ਬਦਗਾਉਂ ਸ਼ਿਵਾਨ ਸੜਕ ਤੇ ਹੋਏ ਇੱਕ ਸੜਕ ਹਾਦਸੇ ਵਿੱਚ 3 ਨੌਜਵਾਨਾਂ ਦੀ ਮੌਤ ਹੋ ਗਈ ਹੈ। ਸ਼ਿਮਲਾ ਦੇ ਐਸਪੀ ਮੋਹਿਤ ਚਾਵਲਾ ਨੇ ਦੱਸਿਆ ਕਿ ਕੁਮਾਰ ਸੈਨ ਨੇੜੇ ਉਹਨਾਂ ਦੀ ਗੱਡੀ ਇੱਕ ਡੂੰਘੀ ਖਾਈ ਵਿੱਚ ਡਿੱਗਣ ਨਾਲ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਕਿਹਾ ਕਿ 3 ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਕਰਕੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਨੇ। ਇਹ ਤਿੰਨੇ ਨੌਜਵਾਨ 17 ਤੋਂ 22 ਸਾਲ ਦੀ ਉਮਰ ਦੇ ਸਨ। ਡੀਡੀ ਪੰਜਾਬੀ ਦੇ ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ YouTube ਚੈਨਲ RNU-DDK ਜਲੰਧਰ ਤੇ ਵੀ ਦੇਖ ਸਕਦੇ ਨੇ ਅਤੇ ਇਹ ਬੁਲੇਟਿਨ RNU ਜਲੰਧਰ ਦੇ ਟਵਿੱਟਰ ਹੈਂਡਲ ਅਤੇ ਫੇਸਬੁੱਕ ਪੇਜ ਤੇ ਉਪਲਬਧ ਨੇ। ਤੇ ਇਸ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਆਗਿਆ ਦਿਓ। ਨਮਸਕਾਰ।